साडे कोले बहुत मौके आ, ते जेड़े मौके ते असीं जितांगे उदों बाद फिर उन्हां दा मौका नहीं रहूगा। ये गल वसा के रखियो आपदे अंदर। असीं ये गल्लां भी आम तौर ते सुणदे आ, जदों छोटे हुंदे उदों सुणदे हुंदे सी भी 18वीं सदी दे सिख सी ना जिहड़े बड़े तगड़े योधे सी भाई। एको ही बेनती आ संगत दे चरनां च ते सारियां रूहां उन्हां नूं आदर सहित मैं बेनती करदा, बड़ियां शख्सियतां इत्थे बैठियां उन्हां नूं बेनती करदा भी हुण पंथ नूं ते साडी कौम नूं इकट्ठा कर लईए, एके च आ जाइए। फिर कोई भी प्रोग्राम दिओगे तुसीं वेखिओ किवें हिलदे आ तख्ते। असीं इतिहास अज भी रच सकदे आ, बस गल इत्थे ही आके खत्म हुंदी आ भी असीं उन्हां अमलां ते हैगे आ कि नहीं जिन्हां ते सानूं गुरु ने लाया सी। कुछ गल्लां सानूं इखलाकी तौर ते या किरदार दे विच वसाउणीਆਂ पैणीਆਂ आपदे। सानूं ये पता भी सिखां नूं गुस्सा आउंदा ही हुंदा, गुस्सा ते रो ये साडे गुरु ने सानूं बख्शिया। पर असीं ये गल्लां भी आम तौर ते सुणदे आ, जदों छोटे हुंदे उदों सुणदे हुंदे सी भी 18वीं सदी दे सिख सी ना जिहड़े बड़े तगड़े योधे सी भाई, किरदार वाजों भी ते जंग दे मैदान च भी इहो जिहे योधे ही नहीं होए। फर्क की सी? फर्क की सी उन्हां च ते साडे च? ਜਿਹੜੀਆਂ ਪਿਰਤਾਂ ਉਹਨਾਂ 'ਚ ਤੇ ਸਾਡੇ 'ਚ, ਜਿਹੜੀਆਂ ਪਿਰਤਾਂ ਸਾਨੂੰ ਸਾਡੇ ਗੁਰੂ ਪਾ ਗਏ, ਸਾਡੇ ਪੈਗੰਬਰ ਪਾ ਗਏ, ਜਿਹੜੀਆਂ ਕਮਾਈਆਂ ਉਹ ਕਰ ਗਏ, ਤੇ ਜਿਹੜੇ ਅਮਲਾਂ ਤੇ ਸਾਨੂੰ ਉਹ ਲਾ ਗਏ, ਉਹਨਾਂ ਨੇ ਆਪਦੇ ਅੰਦਰ ਵਸਾਈਆਂ ਹੋਈਆਂ ਸੀ ਉਹ ਗੱਲਾਂ। ਸੋ ਜਿਵੇਂ ਪੁਰਾਣੇ ਪੁਰਾਤਨ ਸਮੇਂ 'ਚ ਜਿਹੜੇ ਸਾਡੇ ਸਿੰਘ ਸੀ ਉਹਨਾਂ 'ਚ ਇੱਕ ਗੱਲ ਬੜੀ ਮਸ਼ਹੂਰ ਹੁੰਦੀ ਸੀ ਵੀ ਜਾਤ ਗੋਤ ਸਿੰਘਣ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਪਰ ਜਦੋਂ ਕਿਤੇ ਪੰਥ ਤੇ ਭੀੜ ਪਈ ਸਭ ਇਕੱਠੇ ਆ ਖੜੇ ਹੁੰਦੇ ਸੀ। ਹੁਣ ਉਹ ਅਮਲ ਕਿਹੜੇ ਸੀ ਜਿਹੜੇ ਗੁਰੂ ਸਾਹਿਬ ਸਾਡੇ ਅੰਦਰ ਉਹ ਪੈਦਾ ਕਰ ਗਏ, ਉਹ ਚਿਣਗਾਂ ਲਾ ਗਏ, ਤੇ ਅੱਜ ਅਸੀਂ ਉਹਨਾਂ ਅਮਲਾਂ ਨੂੰ ਅੱਜ ਦੇਖੋ ਸਿੱਖ ਦੇ ਕਿਰਦਾਰ 'ਚ ਕਮੀਆਂ ਆਈਆਂ, ਘਾਟਾਂ ਆਈਆਂ, ਇਹ ਅਸੀਂ ਦੇਖਿਆ। ਇਹ ਸਾਨੂੰ ਮੰਨ ਲੈਣੀ ਚਾਹੀਦੀ ਆ ਗੱਲ। ਕਿਉਂ ਆਈਆਂ? ਕਿਉਂਕਿ ਅਸੀਂ ਉਹਨਾਂ ਅਮਲਾਂ ਤੋਂ ਦੂਰ ਹੋ ਗਏ ਜਿਨ੍ਹਾਂ ਤੇ ਗੁਰੂ ਸਾਹਿਬ ਸਾਨੂੰ ਲਾ ਗਏ ਸੀ। ਅਦਰਵਾਈਜ਼ ਪੰਥ, ਇਹ ਪੰਥ ਨਿਆਰਾ ਇੱਕ ਸਾਜਿਆ ਗਿਆ, ਗ੍ਰੰਥ ਵੀ ਨਿਆਰਾ, ਪੰਥ ਵੀ ਨਿਆਰਾ, ਮਨੁੱਖ ਵੀ ਨਿਆਰਾ, ਸਾਡੇ ਅਮਲ ਵੀ ਨਿਆਰੇ ਤੇ ਸਾਡਾ ਸਿਧਾਂਤ ਵੀ ਨਿਆਰਾ। परमेश्वर दे गुण पा के गए आ साडे च तां 10वें पातशाह जिहदे पंथ साजता। कदे असीं आप दी लड़ाई लड़ी होवे, साडा तां मकसद ही बड़ा वड्डा हुंदा, निरभौ ते निरवैर जंग दे मैदान च दुश्मन नाल लड़ भी रहे आ ते कह भी रहे आ भी साडा कोई वैर नहीं उहदे नाल। असीं तां एक वड्डे मकसद लई गरीबां दी रखिया ते जरवाणे दी भखिया। जिथे किते मनुखता ते भीड़ पई आ, साडा पंथ, साडे जिहड़े ਇਹ ਸ਼ਖਸੀਅਤਾਂ ਇਹ ਸਾਰੀਆਂ ਬੈਠੀਆਂ ਇਹ ਜਾ ਕੇ ਖੜੀਆਂ ਹੋ ਜਾਂਦੀਆਂ। ਪੁੱਛ ਲਓ ਜੇ ਨਹੀਂ ਜਾਂਦੇ, ਅੱਜ ਵੀ ਜਾਂਦੇ ਆ। ਪਰ ਕਿਤੇ ਨਾ ਕਿਤੇ ਉਹਨਾਂ ਅਮਲਾਂ ਤੋਂ ਜਦੋਂ ਦੂਰ ਹੋਏ ਆ, ਮੈਂ ਤਾਂ ਬਾਹਲਾ ਹੀ ਦੂਰ ਬੈਠਾ, ਪਰ ਸਾਡੇ ਤਾਂ ਇੱਥੇ ਬਹੁਤ ਸਤਿਕਾਰਯੋਗ ਤੇ ਬੜੀਆਂ ਪਵਿੱਤਰ ਰੂਹਾਂ ਬੈਠੀਆਂ, ਕਿਤੇ ਨਾ ਕਿਤੇ ਕੋਈ ਨਾ ਕੋਈ ਘਾਟ ਵਸਾਈ ਬੈਠੇ ਆ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਾਡੇ ਤਾਂ ਗੁਰੂ ਸਾਹਿਬਾਨ ਆ, ਸਾਡਾ ਇਸ਼ਟ ਆ, ਉਹਨਾਂ ਦੀ ਹਜ਼ੂਰੀ 'ਚ ਸਾਨੂੰ ਵਿਚਰਨਾ ਕਿਵੇਂ ਆ ਇਹ ਆਉਣਾ ਚਾਹੀਦਾ। ਕਈ ਵਾਰੀ ਜਦੋਂ ਪੜ੍ਹਦੇ ਆ ਕਿਤਾਬਾਂ 'ਚੋਂ ਕੁਝ ਗੱਲਾਂ ਸਿੱਖਣ ਨੂੰ ਮਿਲਦੀਆਂ, ਕਈ ਵਾਰੀ ਸਾਡੀਆਂ ਸ਼ਖਸੀਅਤਾਂ ਤੋਂ ਗੱਲਾਂ ਸਿੱਖਣ ਨੂੰ ਮਿਲਦੀਆਂ, ਸਾਡੇ ਗੁਰੂ ਸਾਹਿਬਾਨਾਂ ਦੇ ਫਲਸਫਿਆਂ ਤੋਂ ਸਾਨੂੰ ਗੱਲਾਂ ਸਿੱਖਣ ਨੂੰ ਮਿਲਦੀਆਂ। ਕਿਸੇ ਇੱਕ ਅੰਗਰੇਜ਼ ਫਿਲਾਸਫਰ ਨੇ ਇੱਕ ਗੱਲ ਕਹੀ ਸੀ, ਅੰਗਰੇਜ਼ੀ 'ਚ ਪਹਿਲਾਂ ਦੱਸਦਾ ਫਿਰ ਉਹਦੀ ਤਰਜਮਾਨੀ ਕਰਾਂਗੇ। ਉਹ ਕਹਿੰਦਾ, I may not agree with you what you have said even 1%, but I will fight for your right to say the last drop of my blood. मैं चाहे 1% भी सहमत ना होवां जो तू गल कर रहा होवे, पर तेरा
ਰਾਈਟ ਆ, ਜਿਹੜਾ ਤੇਰਾ ਹੱਕ ਆ ਆਪਦੀ ਗੱਲ ਕਹਿਣ ਦਾ, ਉਹ ਮੈਂ ਆਪਦੇ ਖੂਨ ਦੇ ਆਖਰੀ ਕਤਰੇ ਤੱਕ ਪ੍ਰੋਟੈਕਟ ਕਰਾਂਗਾ, ਉਹਨੂੰ ਬਚਾਊਂਗਾ। ਸੋ ਕੋਈ ਗੱਲ ਨਹੀਂ, ਬਹੁਤ ਗੱਲਾਂ ਨਾਲ ਅਸੀਂ ਨਹੀਂ ਸਹਿਮਤ ਹੁੰਦੇ। ਕਈ ਵਾਰੀ ਜਦੋਂ ਤੱਕ ਅਸੀਂ ਬੈਠ ਕੇ ਗੱਲਾਂ ਨੂੰ ਵਿਚਾਰਦੇ ਨਹੀਂ, ਸਿਰ ਜੋੜ ਕੇ ਬਹਿੰਦੇ ਨਹੀਂ, ਗੱਲਾਂ ਦੀ ਸਮਝ ਨਹੀਂ ਆਉਂਦੀ। ਕਿਉਂਕਿ ਸੱਚ ਆ ਜਿਹੜਾ, ਸੱਚ ਦੀਆਂ ਬੜੀਆਂ ਪਰਤਾਂ ਹੁੰਦੀਆਂ, ਮਲਟੀ ਲੇਅਰਡ ਹੁੰਦੀ ਆ ਰਿਐਲਿਟੀ। ਮੈਨੂੰ ਵੀ ਇਹ ਗੱਲ ਲੱਗ ਸਕਦੀ, ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਦੋਂ ਤੱਕ ਮੈਂ ਮਿਲਿਆ ਨਹੀਂ ਸੀ, ਮੇਰੀ ਕੁਛ ਅੰਡਰਸਟੈਂਡਿੰਗ ਉਹਨਾਂ ਲਈ ਕੁਛ ਹੋਰ ਸੀ। ਜਦੋਂ ਮੈਂ ਮਿਲਿਆ ਤਾਂ ਮੈਨੂੰ ਲੱਗੇ ਯਾਰ ਇਹ ਤਾਂ ਬਹੁਤ ਸੱਚੀ ਤੇ ਸੁੱਚੀ ਰੂਹ ਆ, ਇਸ ਬੰਦੇ ਦਾ ਐਡਾ ਵੱਡਾ ਸੰਘਰਸ਼ ਆ। ਸੋ ਐਡਾ ਵੱਡਾ ਸੰਘਰਸ਼, ਆਮ ਤੌਰ ਤੇ ਪੰਜਾਬ ਦੇ ਲੋਕ ਉਹਨਾਂ ਲਈ ਇੱਕ ਗਿਲਾ ਲੈ ਕੇ ਫਿਰਦੇ ਰਹਿੰਦੇ ਆ ਵੀ ਜਦੋਂ ਤੁਹਾਨੂੰ ਮੌਕਾ ਮਿਲਿਆ ਸੀ ਤੁਸੀਂ ਪਾਰਲੀਮੈਂਟ 'ਚ ਕਿਉਂ ਨਹੀਂ ਗਏ। ਪਰ ਗੱਲ ਨੂੰ ਸਮਝ ਗਏ ਅਸੀਂ, ਰਿਐਲਿਟੀ ਦੇ ਮਤਲਬ ਸਮਝ ਗਏ। ਤਾਂ ਮੈਂ ਉਦਾਹਰਨ ਦੇ ਰਿਹਾ ਇਸ ਕਰਕੇ ਵੀ ਸਾਨੂੰ ਪੂਰੀ ਸਮਝ ਹੁੰਦੀ ਨਹੀਂ, ਅਸੀਂ ਉਤਲੀ ਸਤ੍ਹਾ ਤੇ ਫਿਰਦੇ ਰਹਿੰਦੇ ਆ, ਲੇਅਰਸ ਦੀ ਸਾਨੂੰ ਸਮਝ ਹੁੰਦੀ ਨਹੀਂ। ਉਹ ਬੰਦਾ ਜਿਹੜਾ ਆਪਦੇ ਕੌਮ ਲਈ, ਆਪਦੇ ਪੰਥ ਲਈ, ਇਸ ਧਰਤੀ ਲਈ, ਇਸ ਖਿੱਤੇ ਲਈ ਸਭ ਕੁਝ ਛੱਡ ਕੇ ਆ ਗਿਆ, ਉਸ ਸਟੇਟ ਦੀ ਐਡੀ ਵੱਡੀ ਤੁਸੀਂ ਇਹ ਕਹਿ ਲਓ ਜਿਹੜੀ ਨੌਕਰੀ ਛੱਡ ਕੇ ਆ ਗਿਆ, ਆਪਦੀ ਜਿਹੜੀ ਉੱਥੇ ਦਿੱਤਾ ਹੋਇਆ ਉਹਨਾਂ ਨੇ ਮਾਣ, ਉਹ ਛੱਡ ਕੇ ਆ ਗਿਆ। ਕਿਉਂ? ਕਿਉਂਕਿ ਕਿਤੇ ਨਾ ਕਿਤੇ ਅੰਦਰ ਰੂਹ ਉਹਦੀ ਚੀਸ ਪਈ ਵੀ ਸਾਡੇ ਲੋਕ, ਸਾਡਾ ਪੰਥ, ਸਾਡਾ ਵਿਰਸਾ। ਫਿਰ ਚੋਣਾਂ 'ਚ ਜਿੱਤ ਕੇ ਮੰਤਰੀ ਬਣ ਜਾਂਦੇ, CM ਬਣ ਜਾਂਦੇ, ਬੜਾ ਸੌਖਾ ਸੀ। ਪਰ ਉਸ ਬੰਦੇ ਨੇ ਕਿਹੜੀ ਗੱਲ ਤੇ ਪਹਿਰਾ ਦਿੱਤਾ ਵੀ ਜੇ ਅਸੀਂ ਮੰਤਰੀ CM ਇਹ ਵੀ ਬਣ ਗਏ, ਜਿਨ੍ਹਾਂ ਨੂੰ ਆਪਾਂ ਬਣਾਉਂਦੇ ਵੀ ਰਹਿੰਦੇ ਆ, ਉਹਨਾਂ ਬੰਦਿਆਂ ਕੋਲੇ ਤਾਂ ਪਾਵਰ ਹੀ ਹੈ ਨਹੀਂ। ਉਹ ਬੰਦੇ ਪਾਰਲੀਮੈਂਟ 'ਚ ਬੈਠੇ ਹੋਣ ਜਾਂ ਵਿਧਾਨ ਸਭਾ 'ਚ ਬੈਠੇ ਹੋਣ, ਕੁਛ ਨਹੀਂ ਕਰ ਸਕਦੇ। ਪਾਵਰ ਤਾਂ ਸਾਡੀ ਸਮੇਂ-ਸਮੇਂ ਤੋਂ ਕੁਤਰ ਕੇ ਸਰਕਾਰਾਂ ਲੈ ਗਈਆਂ। ਤੇ ਜਿਹੜਾ ਧਰਮ ਯੁੱਧ ਮੋਰਚਾ ਸੰਤਾਂ ਨੇ ਲਾਇਆ ਸੀ, ਉਸ ਧਰਮ ਯੁੱਧ ਮੋਰਚੇ 'ਚ ਗੱਲ ਹੀ ਵੱਧ ਅਧਿਕਾਰਾਂ ਦੀ ਕੀਤੀ ਗਈ ਸੀ। ਤੇ ਉਹ ਇਕੱਲੇ ਪੰਜਾਬ ਦੀ ਗੱਲ ਨਹੀਂ ਆ, ਇਸ ਦੇਸ਼ ਦੇ ਹੋਰ ਬਹੁਤ ਸੂਬਿਆਂ ਦੀ ਗੱਲ ਆ। ਦਿੱਲੀ ਕੁਤਰ ਕੇ ਹਰ ਕੋਈ ਪਾਵਰ ਆਪਦੇ ਕੋਲੇ ਲੈ ਕੇ ਬਹਿ ਗਈ। ਸੋ ਪਾਰਲੀਮੈਂਟ 'ਚ ਵੜ ਕੇ, ਵਿਧਾਨ ਸਭਾ 'ਚ ਵੜ ਕੇ, ਅੱਜ ਵੀ ਵੜ ਜਾਾਂਗੇ, ਲੋ ਚੋਣਾਂ 'ਚ ਜਿੱਤ ਵੀ ਜਾਵਾਂਗੇ, ਕੀ ਕਰ ਲਾਂਗੇ ਅਸੀਂ? ਜਦੋਂ ਤੱਕ ਬਿਮਾਰੀ ਨੂੰ ਜੜ ਤੋਂ ਨਹੀਂ ਪੱਟਾਂਗੇ ਅਸੀਂ ਕਰ ਕੀ ਲਵਾਂਗੇ? ਪਰ ਅਸੀਂ ਕਦੇ ਗੱਲਾਂ ਨੂੰ ਸਮਝਦੇ ਨਹੀਂ। ਸਾਡੇ ਰੋਸ ਲੈ ਕੇ ਬਹਿ ਜਾਂਦੇ ਆ ਵੀ ਤੁਹਾਨੂੰ ਮੌਕਾ ਮਿਲਿਆ ਸੀ, ਤੁਸੀਂ 3.5 ਫੁੱਟੀ ਕਿਰਪਾਨ ਤੇ ਅੜ ਗਏ। ਲਓ ਕਿੱਡੀ ਯਾਰ ਗੱਲ। ਇੱਕ IPS ਆਫੀਸਰ ਹੋਵੇ, ਉਹ ਸਟੇਟ ਨੇ ਤਾਂ ਉਹਨੂੰ ਪੂਰੀ, ਕਿਉਂਕਿ ਸਟੇਟ ਕੀ ਆ, ਜਿਹੜੇ ਇੰਸਟੀਟਿਊਟਸ ਆ, ਜਿਹੜੇ ਰॉ ਆ, IB ਆ, NIA ਆ, ED ਆ, ਸਕੂਲ ਕਾਲਜ ਆ, IAS ਅਕੈਡਮੀਜ਼ ਆ, IPS ਅਕੈਡਮੀਜ਼ ਆ, ਇਹ ਕਰਦੀਆਂ ਕੀ ਆ? ਇਹ ਇੱਕ ਖਾਸ ਤਰ੍ਹਾਂ ਦੇ ਮਨੁੱਖ ਢਾਲਦੀਆਂ, ਤੇ ਉਹ ਇੱਕ ਖਾਸ ਤਰ੍ਹਾਂ ਦਾ ਮਨੁੱਖ ਜਿਹੜਾ ਇਹ ਸਟੇਟ ਆ ਉਹਦੇ ਲਈ ਕੰਮ ਕਰਦਾ। ਜਿਹੜਾ ਬੰਦਾ ਉਹ ਛੱਡ ਕੇ ਆ ਗਿਆ, ਜਿਹੜਾ ਉਸ ਢਾਂਚੇ 'ਚ ਕਦੇ ਢਲ ਨਹੀਂ ਸਕਿਆ, ਇਹਦਾ ਮਤਲਬ ਉਹਦੇ 'ਚ ਕਿੱਡੀ ਵੱਡੀ ਇੰਟੈਲੈਕਟ ਪਈ ਹੋਊ ਅੰਦਰ, ਕਿੱਡੀ ਵੱਡੀ ਇੰਟੈਲੀਜੈਂਟ ਰੂਹ ਹੋਊਗੀ। ਉਹ ਗੱਲਾਂ ਨੂੰ ਕਿਸ ਤਰ੍ਹਾਂ ਉਹ ਸਮਝਦਾ ਹੋਊਗਾ, ਇਹ ਆਪਾਂ ਕਦੇ ਹੀ ਨਹੀਂ ਸਮਝਦੇ। ਫਿਰ ਸਾਡੇ ਜਥੇਦਾਰ ਹੋਣੀ ਇੱਥੇ ਬੈਠੇ ਆ, ਬਰਗਾੜੀ ਵੇਲੇ ਮੋਰਚੇ ਲੱਗੇ, ਸਰਬੱਤ ਖਾਲਸਾ ਵੇਲੇ ਮੋਰਚੇ ਲੱਗੇ, ਅਸੀਂ ਹਮੇਸ਼ਾ ਆਪਦੀ ਲੀਡਰਸ਼ਿਪ ਤੇ ਉਂਗਲੀਆਂ ਐਂ ਸਿੱਧੀਆਂ ਕਰ ਦਿੰਨੇ ਆ, ਪਰ ਸੱਚ ਨੂੰ ਫਿਰ ਅਸੀਂ ਨਹੀਂ ਕਦੇ ਦੇਖਦੇ। ਠੀਕ ਆ, ਸਾਡੇ ਤੋਂ ਗਲਤੀਆਂ ਹੋਈਆਂ ਹੋਣਗੀਆਂ, ਕਿਉਂਕਿ ਪੂਰਾ ਤਾਂ ਇਕੱਲਾ ਗੁਰੂ ਹੀ ਹੁੰਦਾ, ਕਦੇ ਅਸੀਂ ਤਾਂ ਪੂਰੇ ਹੋ ਹੀ ਨਹੀਂ ਸਕਦੇ ਨਾ। ਗਲਤੀਆਂ ਹੋਈਆਂ ਹੋਣਗੀਆਂ, ਪਰ ਇੱਕ ਵਾਰੀ ਫੇਰ ਦ੍ਰਿੜ ਨਿਸ਼ਚਾ, ਇੱਕ ਵਾਰੀ ਫੇਰ ਉਹੀ ਹੌਸਲਾ ਤੇ ਉਹੀ ਜਜ਼ਬਾ ਲੈ ਕੇ ਅਸੀਂ ਫੇਰ ਵੀ ਤੁਰ ਸਕਦੇ ਹਾਂ। ਬਥੇਰੇ ਵਾਰੀ ਤੁਰੇ ਆ, ਇਤਿਹਾਸ ਪੜ੍ਹ ਕੇ ਦੇਖ ਲਓ ਤੁਸੀਂ। ਗੱਲ ਤਾਂ ਨਿਸ਼ਚੇ ਦੀ ਆ। ਜਿਹੜੇ ਸਟੇਟ ਹੁੰਦੀ ਆ ਜਾਂ ਸਰਕਾਰਾਂ ਹੁੰਦੀਆਂ, ਉਹਨਾਂ ਕੋਲੇ ਇੱਕ ਮੌਕਾ ਹੁੰਦਾ, ਪਰ ਗੁਰੂ ਸਾਹਿਬ ਦੀ ਰਹਿਮਤ ਇਹ ਹੁੰਦੀ ਆ, ਜਿਹੜੀਆਂ ਸਾਡੇ ਵਰਗੇ ਸੰਘਰਸ਼ੀ ਬੰਦੇ ਹੁੰਦੇ ਆ, ਉਹਨਾਂ ਕੋਲੇ ਬਹੁਤ ਮੌਕੇ ਹੁੰਦੇ ਆ। ਉਹਨਾਂ ਦਾ ਇੱਕ ਮੌਕਾ ਉਹਨਾਂ ਨੂੰ ਦਰਬਾਰ ਸਾਹਿਬ ਤੇ ਮਿਲਿਆ ਸੀ, ਸਾਡੇ ਨਾਲ ਕੀ ਕਰ ਗਏ? ਘੱਲੂਘਾਰਾ ਵੀਕ ਸ਼ੁਰੂ ਹੋ ਰਿਹਾ, ਸਾਡੇ ਨਾਲ ਕੀ ਕਰ ਗਏ? ਇਹਦੀ ਵੀ ਆਪਾਂ ਗੱਲ ਕਰਾਂਗੇ। ਪਰ ਸਾਡੇ ਕੋਲੇ ਬਹੁਤ ਮੌਕੇ ਆ, ਤੇ ਜਿਹੜੇ ਮੌਕੇ ਤੇ ਅਸੀਂ ਜਿੱਤਾਂਗੇ, ਉਦੋਂ ਬਾਅਦ ਫਿਰ ਉਹਨਾਂ ਦਾ ਮੌਕਾ ਨਹੀਂ ਰਹੂਗਾ। ਇਹ ਗੱਲ ਵਸਾ ਕੇ ਰੱਖਿਓ ਆਪਦੇ ਅੰਦਰ। ਸੋ ਕੋਈ ਗੱਲ ਨਹੀਂ, ਗਲਤੀਆਂ ਹੋ ਗਈਆਂ, ਬੰਦਿਆਂ ਤੇ
ਅਸੀਂ ਤੌਹਮਤਾਂ ਉਹਨਾਂ ਤੇ ਲਾਉਣੀਆਂ, ਉਹਨਾਂ ਤੇ ਟੈਗ ਲਾਉਣੇ, ਇਹ ਛੱਡ ਦਈਏ। ਇਹ ਸਾਰੇ ਪੰਥ ਦਰਦੀ ਬੈਠੇ ਆ ਤੁਸੀਂ ਐਂ ਕਰੋ, ਲੋ ਕੋਈ ਗੱਲ ਹੋ ਜੇ ਸਹੀ, ਐ ਸਿਰ ਤੇ ਧਰ ਕੇ ਖੜੇ ਹੋ ਜਾਣਗੇ ਵੀ ਦੱਸੋ ਕੀ ਕਰਨਾ। ਪੰਥ ਨਿਆਰਾ ਕਿਉਂ ਆ ਜਿਹੜੀ ਚਿਣਗ ਆ ਨਾ ਇਸ ਪੰਥ 'ਚ, ਇਹ ਕਿਸੇ ਦੇ ਸਮਝ ਹੀ ਨਹੀਂ ਆ ਸਕਦੀ। ਇੱਕ ਟਾਈਮ ਤੇ ਜਦੋਂ ਪੰਥ ਤੇ ਜਾਂ ਕਿਸੇ ਮਨੁੱਖਤਾ ਦੇ ਕਿਸੇ ਵੀ ਖਿੱਤੇ ਤੇ ਭੀੜ ਪੈਂਦੀ ਆ ਨਾ, ਪੰਥ ਪ੍ਰਗਟ ਹੋ ਜਾਂਦਾ। ਅੱਜ ਵੀ ਪ੍ਰਗਟ ਹੁੰਦਾ, ਉਹ ਪ੍ਰਗਟ ਹੋ ਜਾਂਦਾ। ਫਿਰ ਉਹ ਇਹੋ ਜਿਹੀ ਇੱਕ ਛਲ ਆ ਵੀ ਉਦੋਂ ਬਾਅਦ ਕਹਿੰਦੀ ਆ ਦੱਸੋ ਕਿੱਥੇ ਸਿਰ ਦੇਣੇ ਆ। ਉਹ ਪੰਥ ਇੱਕ ਕਲੈਕਟਿਵ ਰੂਪ 'ਚ ਸੰਗਤ ਰੂਪੀ ਇੱਕ ਗੱਲ ਜਿਹੜੀ ਉੱਥੇ ਵਾਪਰਦੀ ਆ, ਉਹ ਆ ਮਹਾਰਾਜ ਦੀ ਸਤਿਗੁਰ ਪਾਤਸ਼ਾਹ ਦੀ ਉਹ ਕਲਾ, ਆਪਾਂ ਕਹਿੰਦੇ ਆ ਗੁਰੂ ਦੀ ਕਲਾ, ਉੱਥੇ ਵਾਪਰਦੀ ਆ। ਫਿਰ ਹੁਣ ਅਸੀਂ ਜਿਹੜੀ ਗੱਲ ਕਰ ਰਹੇ ਆ, ਸਾਡੇ ਅੰਦਰ ਕਮੀਆਂ ਕਿੱਥੇ ਆ ਗਈਆਂ। ਜਿਹੜਾ ਮਾਡਰਨ ਯੁੱਗ ਆ, ਆਧੁਨਿਕ ਯੁੱਗ ਜਿਹਨੂੰ ਕਹਿੰਦੇ ਆ, ਮਾਡਰਨ ਐਜੂਕੇਸ਼ਨ ਆ, ਜਾਂ ਬਾਹਲੇ ਪੜ੍ਹੇ ਲਿਖੇ ਜਿਹੜੇ ਬੰਦੇ ਗੱਲਾਂ ਕਰਦੇ ਆ, ਇਹਦੀ ਵੀ ਇੱਕ ਉਦਾਹਰਨ ਆ। ਦਰਬਾਰ ਸਾਹਿਬ ਤੇ ਹਮਲਾ ਹੋਇਆ, ਪਿੰਡਾਂ 'ਚ ਬੈਠੇ ਲੋਕ ਇਹ ਸੋਚ ਰਹੇ ਆ ਵੀ ਸਾਡਾ ਤਾਂ ਸਭ ਕੁਝ ਹੀ ਖਤਮ ਹੋ ਗਿਆ। ਸਾਡੇ ਦਰਬਾਰ ਸਾਹਿਬ ਆਤਮਕ ਸੋਮਾ ਜਿੱਥੋਂ ਆਪਦਾ ਅਸੀਂ ਲੈਨੇ ਆ, ਉਹਦੀ ਅਜ਼ਮਤ ਤੇ ਇਹਨਾਂ ਨੇ ਹਮਲਾ ਕਰਤਾ। ਤੇ ਸ਼ਹਿਰ 'ਚ ਬੈਠੇ ਕਈ ਬੰਦੇ ਬੁੱਧੀਜੀਵੀ ਇਹ ਸੋਚ ਰਹੇ ਆ ਵੀ ਵੇਖਿਆ ਹੋਇਆ ਉਹੀ ਕੰਮ ਨਾ, ਸਬਕ ਲਓ ਇਹ ਤੋਂ। ਕਿਸ ਤਰ੍ਹਾਂ ਦਾ ਸਬਕ ਲਓ ਵੀ ਸੰਤਾਂ ਨੇ ਕੰਮ ਖਰਾਬ ਕਰਾਤਾ। ਇਹ ਤਾਂ ਯਾਰ ਐਡੇ ਅਸੀਂ ਨਿਘਾਰ ਆ ਗਿਆ। ਉਹ ਅੱਛਾ, ਉਹ ਫਿਰ ਵੱਡੀਆਂ ਵੱਡੀਆਂ ਕਿਤਾਬਾਂ ਲਿਖ ਦੇਣਗੇ, ਆਪਦੇ ਡਰਾਇੰਗ ਰੂਮਾਂ 'ਚ ਬੈਠ ਕੇ ਕਿਤਾਬਾਂ ਲਿਖ ਦੇਣਗੇ। ਨਾ ਕਿਸੇ ਨੂੰ ਸੰਘਰਸ਼ ਦੀ ਸਮਝ ਆ, ਨਾ ਸੰਘਰਸ਼ ਦੀਆਂ ਪਰਤਾਂ ਦੀ ਸਮਝ ਆ। ਤੇ ਫਿਰ ਆਉਣ ਵਾਲੀ ਪੀੜ੍ਹੀ ਉਹਨੂੰ ਪੜੂਗੀ, ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਟਹਿਰੇ 'ਚ ਖੜਾ ਕਰ ਲੈਣਾ। ਦੇਖੋ ਤੁਸੀਂ ਸਾਡੇ 'ਚ ਕਮੀਆਂ ਕਿੱਥੋਂ ਆਈਆਂ। ਇਹ ਮਾਡਰਨ ਐਜੂਕੇਸ਼ਨ ਨੇ, ਸਾਡੇ ਆਪਦੇ ਪ੍ਰਚਾਰਕਾਂ ਨੇ ਸਾਡੇ 'ਚ ਕਮੀਆਂ ਪੈਦਾ ਕੀਤੀਆਂ। ਜਦੋਂ ਯਹੂਦੀਆਂ ਤੇ ਘੱਲੂ ਘਾਰੇ ਵਾਪਰੇ ਸੀ, ਕਤਲੇਆਮ ਹੋਇਆ ਸੀ, ਉਹਨਾਂ ਨੂੰ ਕੋਈ ਭੁਲੇਖਾ ਨਹੀਂ ਸੀ। ਉਹਨਾਂ ਨੇ ਇਸ ਗੱਲ ਤੇ ਅਧਿਐਨ ਕੀਤਾ, ਸਾਰੀ ਕੌਮ ਨੇ ਬੈਠ ਕੇ ਅਧਿਐਨ ਕੀਤਾ ਵੀ ਸਾਡੇ ਨਾਲ ਇਹ ਗੱਲ ਵਾਪਰੀ ਆ ਤੇ ਕਿਉਂ ਵਾਪਰੀ ਆ। 18ਵੀਂ ਸਦੀ 'ਚ ਸਾਡੇ ਜਿਹੜੇ ਜਰਨੈਲ ਸੀ, ਸਾਡਾ ਪੰਥ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਸਾਡਾ ਦੁਸ਼ਮਣ ਕੌਣ ਆ। ਸਾਨੂੰ ਤਾਂ ਇਹੀ ਨਹੀਂ ਪਤਾ ਸਾਡਾ ਦੁਸ਼ਮਣ ਕੌਣ ਆ। ਅਸੀਂ ਤਾਂ ਆਪਸ 'ਚ ਹੀ ਵੰਡੇ ਬੈਠੇ ਰਹਿੰਦੇ ਆ ਜਿਹੜੇ ਬੁੱਧੀਜੀਵੀ ਬਣੇ ਬੈਠੇ ਆ, ਇਹ ਲਿਖ ਲੈ ਕਿਤਾਬਾਂ ਵੀ ਉਹੀ ਗੱਲ ਹੋਈ ਨਾ, ਇਹ ਤੋਂ ਸਬਕ ਸਿੱਖੋ। ਹੁਣ ਤੁਸੀਂ ਇਸ ਤਰ੍ਹਾਂ ਦੀ ਐਜੂਕੇਸ਼ਨ ਦਾ ਕੀ ਕਰੋਗੇ? ਸਾਨੂੰ ਇਸ ਕਰਕੇ ਆਪਦੇ ਆਪ ਨੂੰ ਕਰੜਾ ਕਰਨਾ ਪੈਣਾ, ਨਿਸ਼ਚੇ ਕਰਨੇ ਪੈਣੇ ਆ। ਜਿਹੜੇ ਫਲਸਫੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਸਾਡੇ ਗੁਰੂ ਸਾਡੇ ਰਹਿਬਰ ਸਾਨੂੰ ਦੇ ਗਏ, ਉਹਨਾਂ ਫਲਸਫਿਆਂ ਤੇ ਉਹਨਾਂ ਦੇ ਦਿੱਤੇ ਹੋਏ ਜਾਂ ਕੀਤੀਆਂ ਹੋਈਆਂ ਕਮਾਈਆਂ ਤੇ ਖੜਨਾ ਪੈਣਾ। ਜੇ ਅਸੀਂ ਆਪਦੇ ਵਾਲੇ ਪਾਸੋਂ ਹੀ ਗੱਲਾਂ ਸੋਚ ਕੇ ਤੇ ਉਹਨਾਂ ਨੂੰ ਅਸੀਂ ਇੰਟਰਪ੍ਰੇਟ ਕਰਨ ਲੱਗ ਗਏ, ਗੁਰੂ ਦੀ ਗੱਲ ਤਾਂ ਗੁਰੂ ਹੀ ਸਮਝ ਸਕਦਾ। ਸਾਡੇ ਕੋਲੇ ਕਿੱਥੇ ਆ ਉਹ? ਆਪਦੀ ਮਨੁੱਖੀ ਬੁੱਧੀ 'ਚੋਂ ਤਾਂ ਅਸੀਂ ਗੱਲਾਂ ਨੂੰ ਨਹੀਂ ਸਮਝ ਸਕਦੇ ਨਾ। ਗੁਰੂ ਇੱਕ ਗੱਲ ਹੋਰ ਬੜੀ ਫਸਦੀ ਆ ਕੇ, ਜਿਸ ਵੇਲੇ ਗੁਰੂ ਸਾਹਿਬ ਸੀ ਜਿਸਮਾਨੀ ਰੂਪ 'ਚ, ਜਦੋਂ ਤੱਕ ਇੱਥੇ ਇਸ ਧਰਤੀ ਤੇ 240 ਸਾਲ ਇੱਕ ਜਿਹੜਾ ਅਧਿਆਤਮ ਦੀ ਵਰਖਾ ਹੋਈ ਆ, ਰਹਿਮਤ ਹੋਈ ਆ ਉਹਨਾਂ ਦੀ, ਉਸ ਵੇਲੇ ਉਹ ਜੋ ਗੱਲ ਕਰਦੇ ਸੀ ਤਾਂ ਉਹ ਸਮਝਾ ਸਕਦੇ ਸੀ। ਜਦੋਂ ਗੁਰੂ ਜਿਸਮਾਨੀ ਤੌਰ ਤੇ ਨਹੀਂ ਆ, ਸ਼ਾਬਦਿਕ ਰੂਪ 'ਚ ਸਾਡੇ 'ਚ ਬਿਰਾਜਮਾਨ ਆ, ਫਿਰ ਜਿਹੜੇ ਨਵੇਂ ਸਿੱਖ ਪ੍ਰਚਾਰਕ ਆ ਜਾਂ ਨਵੇਂ ਜਿਹੜੇ ਬੰਦੇ ਆ, ਉਹ ਵਿਆਖਿਆ ਕਰਦੇ ਆ। ਜਿਉਂ-ਜਿਉਂ ਉਹ ਉਸ ਸਮੇਂ ਤੋਂ ਦੂਰ ਹੁੰਦੇ ਜਾਂਦੇ ਆ ਜਦੋਂ ਗੁਰੂ ਆਪ ਮੌਜੂਦ ਸੀ, ਤਿਉਂ-ਤਿਉਂ ਉਹਦੇ 'ਚ ਮਿਲਾਵਟ ਹੁੰਦੀ ਜਾਂਦੀ ਆ। ਆਪਦੀਆਂ ਇੰਟਰਪ੍ਰੀਟੇਸ਼ਨਸ ਦਿੰਦੇ ਆ, ਉਹਦੇ ਤੇ ਫਿਰ ਕੌਮ 'ਚ ਤਣਾਅ ਤੇ ਟਕਰਾਅ ਪੈਦਾ ਹੁੰਦਾ। ਇਸ ਕਰਕੇ ਜੇ ਕੋਈ ਗੱਲ ਸੁਣਨੀ ਆ, ਅਸੀਂ ਬੰਦਿਆਂ ਦੀ ਗੱਲ ਨਹੀਂ ਸੁਣਨੀ, ਸਾਡਾ ਤਾਂ ਗੁਰੂ ਸਾਡਾ ਇਸ਼ਟਾ ਬੈਠਾ। ਸੋ ਅੱਜ ਅਸੀਂ ਇਕੱਠੇ ਹੋਏ ਆ ਗੁਰੂ ਸਾਹਿਬ ਦੇ ਨਿਰਾਦਰ ਦੇ ਵਿਸ਼ੇ 'ਚ। ਸਾਡੇ ਪੱਲੇ ਕੀ ਰਹਿ ਗਿਆ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੱਲ ਆ ਗਈ? ਕੁਛ ਬੰਦੇ ਇੱਥੇ ਜਿਹੜੇ ਬੈਠੇ ਆ, 10ਵੇਂ ਪਾਤਸ਼ਾਹ ਨੇ ਚੰਡੀ ਦੀ ਵਾਰ 'ਚ ਲਿਖਿਆ ਵੀ ਦੇਵਤਾ ਬਿਰਤੀ ਮਿਲਦੀ ਆ, ਕਈਆਂ ਨੂੰ ਦਾਨਵ ਬਿਰਤੀ ਮਿਲਦੀ ਆ।
ਹੁਣ ਦਾਨਵ ਬਿਰਤੀ वाले लोग आपदा काम करी जाते आ, ਅਸੀਂ ਆਪਦਾ ਕੰਮ ਨਹੀਂ ਕਰ ਰਹੇ। ਦੇਵਤਾ ਬਿਰਤੀ ਵਾਲੇ ਲੋਕ ਜਿਹੜੇ ਉਸ ਪਰਮੇਸ਼ਵਰ ਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਿੱਤੇ ਹੋਏ ਰਾਹਾਂ ਤੇ ਪਹਿਰਾ ਦਿੰਨੇ ਆ। ਇਹਦਾ ਮਤਲਬ ਅਸੀਂ ਵੀ ਕਿਤੇ ਫੇਲ ਆ ਜੇ ਅਸੀਂ ਆਪਦੇ ਇਸ਼ਟ ਨੂੰ ਬਚਾ ਕੇ ਨਹੀਂ ਰੱਖ ਸਕ ਰਹੇ। ਸੋ ਗੱਲਾਂ ਬਾਲੀਆਂ ਬੜਾ ਟਾਈਮ ਹੋਣਾ ਚਾਹੀਦਾ ਸਾਡੇ ਲਈ, ਖੁੱਲਾ ਟਾਈਮ। ਆਪਾਂ ਫੇਰ ਕਿਸੇ ਦਿਨ ਐ ਬੈਠਾਂਗੇ ਵਿਚਾਰਾਂਗੇ। ਪਰ ਜੇ ਗੱਲ ਦਾਨਵ ਆਪਦਾ ਕੰਮ ਕਰ ਰਿਹਾ ਜਾਂ ਸ਼ੈਤਾਨ ਬਿਰਤੀ ਆਪਦਾ ਕੰਮ ਕਰ ਰਹੀ ਆ, ਸਾਨੂੰ ਵੀ ਆਪਦਾ ਕੰਮ ਕਰਨਾ ਪਊਗਾ। ਸੋ ਮੇਰੀ ਇੱਕੋ ਹੀ ਬੇਨਤੀ ਆ ਸੰਗਤ ਦੇ ਚਰਨਾਂ 'ਚ ਤੇ ਸਾਰੀਆਂ ਰੂਹਾਂ ਉਹਨਾਂ ਨੂੰ ਆਦਰ ਸਹਿਤ ਮੈਂ ਬੇਨਤੀ ਕਰਦਾ। ਬੜੀਆਂ ਸ਼ਖਸੀਅਤਾਂ ਇੱਥੇ ਬੈਠੀਆਂ, ਉਹਨਾਂ ਨੂੰ ਬੇਨਤੀ ਕਰਦਾ ਵੀ ਹੁਣ ਪੰਥ ਨੂੰ ਤੇ ਸਾਡੀ ਕੌਮ ਨੂੰ ਇਕੱਠਾ ਕਰ ਲਈਏ, ਏਕੇ 'ਚ ਆ ਜਾਈਏ। ਫਿਰ ਕੋਈ ਵੀ ਪ੍ਰੋਗਰਾਮ ਦਿਓਗੇ ਤੁਸੀਂ ਵੇਖਿਓ ਕਿਵੇਂ ਹਿਲਦੇ ਆ ਤਖਤੇ। ਸੋ ਹੁਣ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਏਕੇ 'ਚ ਰਹਿ ਕੇ ਆਪਾਂ ਪ੍ਰੋਗਰਾਮ ਦਈਏ ਤੇ ਫਿਰ ਜਦੋਂ ਗੁਰੂ ਦੀ ਮਿਹਰ ਹੋਊਗੀ, ਉਹਦੀ ਰਹਿਮਤ ਹੋਊਗੀ, ਉਸ ਵੇਲੇ ਜੋ ਮਾਹੌਲ ਬਣੂਗਾ, ਜੋ ਪੰਥ ਪ੍ਰਗਟ ਹੋਊਗਾ, ਉਹ ਮਿਸਾਲ ਦੁਨੀਆ ਤੇ ਕਾਇਮ ਕਰ ਜੂਗਾ। ਅੱਜ ਵੀ ਕਰ ਜਾਂਗੇ ਅਸੀਂ ਇਤਿਹਾਸ ਅੱਜ ਵੀ ਰਚ ਸਕਦੇ ਆ। ਬਸ ਗੱਲ ਇੱਥੇ ਆ ਕੇ ਖਤਮ ਹੁੰਦੀ ਆ ਵੀ ਅਸੀਂ ਉਹਨਾਂ ਅਮਲਾਂ ਤੇ ਹੈਗੇ ਆ ਕਿ ਨਹੀਂ ਜਿਨ੍ਹਾਂ ਤੇ ਸਾਨੂੰ ਗੁਰੂ ਨੇ ਲਾਇਆ ਸੀ। ਸੋ ਇੰਨੀਆਂ ਕੁ ਗੱਲਾਂ ਆਪਾਂ ਅੱਜ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ। ਜਿਉਂਦੇ ਵਸਦੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।